ਸਾਡੇ ਲੋਕਾਂ ਦਾ ਵੱਧ ਤੋਂ ਵੱਧ ਜਿਨ੍ਹਾਂ ਨੇ ਨੁਕਸਾਨ ਕੀਤਾ ਉਹ ਸਾਡੇ ਆਪਣਿਆਂ ਨੇ ਕੀਤਾ। ਦੁਸ਼ਮਣਾਂ ਨੇ ਘੱਟ ਨੁਕਸਾਨ ਕੀਤਾ, ਸਾਡੇ ਆਪਣਿਆਂ ਨੇ ਵੱਧ ਨੁਕਸਾਨ ਕੀਤਾ। ਭਾਵੇਂ ਉਹ ਧਾਰਮਿਕ ਤੌਰ 'ਤੇ ਸਾਡੇ ਆਗੂ ਸਨ, ਭਾਵੇਂ ਉਹ ਰਾਜਨੀਤਿਕ ਤੌਰ 'ਤੇ ਆਗੂ ਸਨ। ਜਦੋਂ ਉਹ ਦੁਸ਼ਮਣ ਨਾਲ ਮਿਲ ਗਏ ਤਾਂ ਫਿਰ ਇਹ ਤਾਂ ਪੱਕਾ ਹੀ ਹੈ ਨਾ ਕਿ ਅਸੀਂ ਗੁਲਾਮ ਹੋਣਾ ਸੀ ਅਤੇ ਅਸੀਂ ਗੁਲਾਮ ਬਣ ਵੀ ਗਏ। ਸਾਡੇ ਕਹਿੰਦੇ ਕਹਾਉਂਦੇ ਯੋਧੇ ਜਿਹੜੇ ਆਪਣੇ ਹਥਿਆਰ ਸੁੱਟ ਕੇ ਉਹਨਾਂ ਨਾਲ ਰਲ ਗਏ। ਯੋਧੇ ਉਦੋਂ ਤੱਕ ਸੀ ਜਦੋਂ ਸਾਡੇ ਸੀ। ਅੱਜ ਵੀ ਇੱਦਾਂ ਹੀ ਹੋ ਰਿਹਾ ਨਾ, ਇਸ ਤਰ੍ਹਾਂ ਹੀ ਹੋ ਰਿਹਾ ਸਾਡੇ ਸਮਾਜ ਨਾਲ। ਜਿਹੜੇ ਸਮਾਜ ਦੇ ਅਸੀਂ ਆਗੂ ਬਣਾਈ ਦੇ ਨੇ, ਸਾਡੀ ਗੱਲ ਕਰਨਗੇ, ਸਾਨੂੰ ਹੱਕ, ਸਾਨੂੰ ਸਾਡੇ ਅਧਿਕਾਰ ਲੈ ਕੇ ਦੇਣਗੇ, ਪਰ ਉਹੀ ਵਿਕ ਜਾਂਦੇ ਨੇ, ਉਹੀ ਉਹਨਾਂ ਦੇ ਬਣ ਕੇ ਬਹਿ ਜਾਂਦੇ ਨੇ, ਸਾਡੀ ਤਾਂ ਗੱਲੇ ਹੀ ਨਹੀਂ ਕਰਦੇ। ਤਾਈਓ ਤਾਂ ਆਖਿਆ ਸੀ ਦਰਖਤ ਰੋ ਪਿਆ ਕੁਹਾੜੇ ਵਿੱਚ ਵੇਖ ਦੱਸਦਾ, ਜੜ ਨੂੰ ਟੱਕ ਲਾਇਆ ਉਹ ਵੀ ਆਪਣੇ ਨੇ। ਜੇ ਜੜ੍ਹਾਂ ਨੂੰ ਟੱਕ ਲਾਇਆ ਤਾਂ ਆਪਣਿਆਂ ਨੇ ਲਾਇਆ, ਕਿਉਂਕਿ ਇਕੱਲਾ ਲੋਹੇ ਦਾ ਜੋ ਅੱਗੇ ਕੁਲਾੜ ਲੱਗਿਆ ਹੁੰਦਾ, ਕੁਲਾੜੀ ਲੱਗੀ ਹੁੰਦੀ ਆ, ਉਹ ਇਕੱਲੇ ਦਰਖਤਾਂ ਨੂੰ ਨਹੀਂ ਸੀ ਕੱਟ ਸਕਦਾ। ਪਰ ਜਦੋਂ ਉਹਦੇ ਵਿੱਚ ਸਾਡੀ ਹੀ ਲੱਕੜ ਦਾ ਦਸਤਾ ਬਣ ਕੇ ਪਾਇਆ ਗਿਆ ਨਾ, ਉਹ ਜ਼ੋਰ ਦੀ ਟੱਕ ਲਾ ਕੇ ਉਹਨੇ ਸਾਡੀਆਂ ਹੀ ਜੜ੍ਹਾਂ ਵੱਢ ਦਿੱਤੀਆਂ, ਦਰਖਤ ਹੀ ਛਾਂਗ ਦਿੱਤੇ, ਦਰਖਤ ਹੀ ਖਤਮ ਕਰ ਦਿੱਤੇ। ਤਾਈਓ ਤਾਂ ਦਰਖਤ ਆਖ ਰਿਹਾ ਨਾ, ਦਰਖਤ ਰੋ ਪਿਆ ਕੁਹਾੜੇ ਵਿੱਚ ਵੇਖ ਦੱਸਦਾ, ਜੜ ਨੂੰ ਟੱਕ ਲਾਇਆ ਉਹ ਵੀ ਆਪਣੇ ਨੇ। ਮੁਰਦਾ ਰੋ ਪਿਆ ਦਗੇ ਦੀ ਵੇਖ ਦੁਨੀਆ, ਸਰੀਰ ਨੂੰ ਲਾਂਬੂ ਲਾਇਆ ਉਹ ਵੀ ਆਪਣੇ ਨੇ। ਬੁਲਬੁਲ ਰੋ ਪਈ ਮਾਲੀ ਦੇ ਹੱਸ ਵੇਖ ਸੂਈ, ਸੀਨੇ ਸੇਕ ਪਾਇਆ ਤਾਂ ਉਹ ਵੀ ਆਪਣੇ ਨੇ। ਉਹ ਕਲਗੀਧਰ ਦੇ ਨੈਣਾਂ ਦੇ ਤਾਰਿਆਂ ਨੂੰ ਨੀਹਾਂ ਵਿੱਚ ਚਿਣਵਾਇਆ ਉਹ ਵੀ ਆਪਣੇ ਨੇ। ਤੁਸੀਂ ਇਤਿਹਾਸ ਪੜ੍ਹੋ, ਇਤਿਹਾਸ ਦੇ ਵਿੱਚ ਸਭ ਤੋਂ ਵੱਡੀਆਂ ਜਿਹੜੀਆਂ ਗਦਾਰੀਆਂ ਕੀਤੀਆਂ ਨੇ, ਭਾਵੇਂ ਮਿਥਿਹਾਸ ਹੈ ਭਾਵੇਂ ਇਤਿਹਾਸ ਹੈ, ਉਹ ਸਾਡੇ ਆਪਣਿਆਂ ਨੇ ਕੀਤੀਆਂ ਨੇ। ਤਾਹੀਓ ਤਾਂ ਆਖਿਆ ਨਾ, ਘਰ ਦਾ ਭੇਤੀ ਲੰਕਾ ਢਾਵੇ। ਘਰ ਦੇ ਜਿਹੜੇ ਭੇਤੀ ਹੁੰਦੇ ਨੇ ਉਹ ਲੰਕਾ ਨੂੰ ਢਾ ਦਿੰਦੇ ਨੇ। ਅਤੇ ਸਾਡੇ ਜਿਹੜੇ ਭੇਤੀ ਸੀ ਉਹਨਾਂ ਨੇ ਫਿਰ ਦੁਸ਼ਮਣਾਂ ਨੂੰ ਦੱਸਿਆ ਵੀ ਇਹ ਕਿਵੇਂ ਕਾਬੂ ਆਉਣਗੇ, ਕਿਵੇਂ ਗੁਲਾਮ ਬਣਨਗੇ, ਅਤੇ ਸਾਡੇ ਲੋਕਾਂ ਨੂੰ ਗੁਲਾਮ ਬਣਾ ਲਿਆ ਗਿਆ। ਪਹਿਲੇ ਸਮਿਆਂ ਦੇ ਵਿੱਚ ਵੀ ਇੱਦਾਂ ਹੀ ਸੀ, ਹੁਣ ਵੀ ਇਸ ਤਰ੍ਹਾਂ ਹੀ ਚੱਲ ਰਿਹਾ। ਜਿਹੜੇ ਸਾਡੇ ਅੱਜ ਦੇ ਧਾਰਮਿਕ ਆਗੂ ਨੇ, ਇਹਨਾਂ ਨੇ ਸਾਨੂੰ ਅੰਧ ਵਿਸ਼ਵਾਸ ਦੇ ਵਿੱਚੋਂ ਕੱਢਣਾ ਸੀ, ਪਖੰਡਾਂ ਦੇ ਵਿੱਚੋਂ ਕੱਢਣਾ ਸੀ, ਵਹਿਮਾਂ ਭਰਮਾਂ ਵਿੱਚੋਂ ਕੱਢਣਾ ਸੀ। ਇਹਨਾਂ ਨੇ ਦੱਸਣਾ ਸੀ ਵੀ ਗੁੱਟ 'ਤੇ ਮੌਲੀਆਂ ਬੰਨ੍ਹਣ ਦਾ ਕੋਈ ਫਾਇਦਾ ਨਹੀਂ, ਡੌਲਿਆਂ 'ਤੇ ਤਵੀਤ ਬੰਨ੍ਹਣ ਦਾ, ਗਲਾਂ ਦੇ ਵਿੱਚ ਤਵੀਤੀਆਂ ਪਾਉਣ ਦਾ ਕੋਈ ਫਾਇਦਾ ਨਹੀਂ। ਇਹਨਾਂ ਨੇ ਸਾਨੂੰ ਦੱਸਣਾ ਸੀ ਕਿ ਇਹ ਜਿਹੜੇ ਪਖੰਡ ਨੇ, ਇਹ ਵਹਿਮ ਭਰਮ ਨੇ, ਤੁਹਾਨੂੰ ਮਾਨਸਿਕ ਤੌਰ 'ਤੇ ਗੁਲਾਮ ਬਣਾ ਰਹੇ ਨੇ, ਇਹ ਧਾਰਮਿਕ ਆਗੂਆਂ ਦਾ ਫਰਜ਼ ਸੀ। ਪਰ ਉਹਨਾਂ ਨੇ ਆਪਣਾ ਫਰਜ਼ ਥੋੜ੍ਹੀ ਨਿਭਾਇਆ। ਉਹਨਾਂ ਨੇ ਤਾਂ ਵੇਖਿਆ ਵੀ ਇਹ ਜਿਹੜੇ ਲੋਕ ਨੇ ਵਹਿਮਾਂ ਭਰਮਾਂ ਵਿੱਚ ਬਹੁਤ ਫਸੇ ਹੋਏ ਨੇ, ਕਿਉਂ ਨਾ ਇਹਨਾਂ ਨੂੰ ਲੁੱਟ ਲਈਏ। ਫਿਰ ਉਹਨਾਂ ਨੇ ਸਾਡੇ ਸਮਾਜ ਨੂੰ ਲੁੱਟਣਾ ਸ਼ੁਰੂ ਕੀਤਾ। ਉਹ ਜਿਹੜੇ ਰੋਜ਼ ਕਮਾ ਕੇ ਖਾਣ ਵਾਲੇ ਲੋਕ ਸੀ, ਸਭ ਤੋਂ ਵੱਧ ਉਹੀ ਲੋਕ ਸ਼ਿਕਾਰ ਬਣੇ ਇਹਨਾਂ ਦਾ ਅੰਧ ਵਿਸ਼ਵਾਸ ਦਾ। ਜੇਕਰ ਉਹਨਾਂ ਨੂੰ ਡਾਕਟਰੀ ਸਹਾਇਤਾ ਚਾਹੀਦੀ ਸੀ ਤਾਂ ਡਾਕਟਰੀ ਸਹਾਇਤਾ ਨਹੀਂ ਉਹਨਾਂ ਨੂੰ ਦੇਣ ਦਿੱਤੀ। ਉਹਨਾਂ ਦਾ ਝਾੜ ਫੂਕ ਕਰਕੇ ਉਹਨਾਂ ਦਾ ਇਲਾਜ ਕਰਨ ਦਾ ਯਤਨ ਕੀਤਾ। ਜਿਹੜੇ ਕੁਦਰਤੀ ਤੌਰ 'ਤੇ ਠੀਕ ਹੋ ਗਏ, ਠੀਕ ਆ, ਨਹੀਂ ਬਾਕੀ ਤਾਂ ਇਸ ਦੁਨੀਆ ਤੋਂ ਚਲੇ ਗਏ, ਖਤਮ ਹੋ ਗਏ, ਬਿਮਾਰੀ ਨਹੀਂ ਚੱਲ ਹੋਈ। ਹੁਣ ਸਾਨੂੰ ਪਤਾ ਲੱਗਦਾ ਜਿਹੜੀਆਂ ਬਿਮਾਰੀਆਂ ਨੂੰ ਅਸੀਂ ਬਾਬਿਆਂ ਦਾ, ਮਾਤਾਵਾਂ ਦਾ ਨਾਮ ਦਿੱਤਾ ਸੀ, ਅਸਲ ਦੇ ਵਿੱਚ ਇਹ ਬਿਮਾਰੀਆਂ ਕਿੰਨੀਆਂ ਖਤਰਨਾਕ ਸੀ। ਭਾਵੇਂ ਕਿ ਅੱਜ ਇਹਨਾਂ ਦੀ ਦਵਾਈ ਵੀ ਬਣ ਗਈ, ਮੈਡੀਸਨ ਵੀ ਬਣ ਗਿਆ, ਇਹਨਾਂ ਦੇ ਟੀਕੇ ਵੀ ਬਣ ਗਏ, ਪਰ ਸਾਨੂੰ ਤਾਂ ਇਹਨਾਂ ਨੇ ਅੰਧ ਵਿਸ਼ਵਾਸ ਵਿੱਚ ਰੱਖਿਆ ਨਾ। ਸਾਡੇ ਸਤਿਗੁਰਾਂ ਨੇ, ਸਾਡੇ ਰਹਿਬਰਾਂ ਨੇ ਸਾਨੂੰ ਅੰਧ ਵਿਸ਼ਵਾਸ ਦੇ ਵਿੱਚੋਂ, ਪਖੰਡ ਦੇ ਵਿੱਚੋਂ, ਵਹਿਮਾਂ ਭਰਮਾਂ ਦੇ ਵਿੱਚੋਂ ਕੱਢਿਆ ਸੀ। ਪਰ ਇਹਨਾਂ ਨੇ ਸਾਨੂੰ ਕੱਢਣ ਦੀ ਬਜਾਏ ਸਾਨੂੰ ਉਹਦੇ ਵਿੱਚ ਰੱਖ ਕੇ ਸਾਡਾ ਸ਼ੋਸ਼ਣ ਕੀਤਾ, ਸਾਨੂੰ ਲੁੱਟਿਆ, ਠੱਗਿਆ। ਅਤੇ ਇਹਦਾ ਮਤਲਬ ਇਹੀ ਹੈ ਕਿ ਮਨੂਵਾਦ ਵੀ ਸਾਨੂੰ ਲੁੱਟਣਾ ਚਾਹੁੰਦਾ ਸੀ, ਉਹ ਵੀ ਮਾਨਸਿਕ ਤੌਰ 'ਤੇ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ ਸੀ। ਉਹ ਸਾਡੇ ਆਪਣਿਆਂ ਨੇ ਗੁਲਾਮ ਬਣਾ ਲਿਆ ਸਾਨੂੰ। ਧਾਰਮਿਕ ਤੌਰ 'ਤੇ ਅਸੀਂ ਗੁਲਾਮ ਬਣੇ ਹੋਏ ਹਾਂ। ਸਾਨੂੰ ਦੱਸਿਆ ਹੀ ਨਹੀਂ ਕਿ ਰੱਬ ਕੌਣ ਹੈ, ਕਿੱਥੇ ਰਹਿੰਦਾ, ਕੀ ਕਰਦਾ, ਸਾਡੇ ਵਿੱਚ ਜੇ ਹੈ ਤਾਂ ਕਿਵੇਂ ਹੈ, ਇਸ ਗੱਲ ਦਾ ਜ਼ਿਕਰ ਹੀ ਨਹੀਂ ਕੀਤਾ। ਉਹਨੇ ਬਸ ਆਪਣਾ ਤੋਰੀ ਫੁਲਕਾ ਚਲਾਉਣ ਦਾ ਯਤਨ ਕੀਤਾ। ਧਾਰਮਿਕ ਆਗੂਆਂ ਤੋਂ ਬਾਅਦ ਰਾਜਨੀਤਿਕ ਆਗੂਆਂ ਦਾ ਵੀ ਇਹੀ ਹਾਲ ਹੈ। ਸਾਡੇ ਘਰ ਦੀ ਜਿਹੜੀ ਗਰੀਬੀ ਸੀ ਇਹ ਤਾਂ ਚੁੱਕੀ ਜਾਣੀ ਸੀ ਜੇ ਸਾਨੂੰ ਰੁਜ਼ਗਾਰ ਮਿਲਦਾ। ਉਹ ਭਾਰਤੀ ਸੰਵਿਧਾਨ ਤਾਂ ਸਾਨੂੰ ਰੁਜ਼ਗਾਰ ਦੇ ਰਿਹਾ, ਨੌਕਰੀਆਂ ਦੇ ਰਿਹਾ,
ਪਰ ਫਰਜ਼ ਕਿਹਨਾਂ ਦਾ ਬਣਦਾ ਸੀ ਨੌਕਰੀਆਂ ਦਿਵਾਉਣ ਦਾ? ਜਿਹੜੇ ਅਸੀਂ ਆਗੂ ਬਣਾਏ ਹੋਏ ਨੇ। ਫਰਜ਼ ਕਿਹਨਾਂ ਦਾ ਬਣਦਾ ਸੀ? ਜਿਹੜੇ ਅਸੀਂ ਇੱਥੇ ਲੀਡਰ ਬਣਾਏ ਹੋਏ ਨੇ। ਪਰ ਸਾਡਾ ਸਮਾਜ ਹੈ ਜਿਹੜਾ ਵਿਚਾਰਾ ਉਹ ਜਾਗਰੂਕ ਨਹੀਂ। ਜਿਹੜੇ ਸਮਝਦਾਰ ਨੇ ਰੌਲਾ ਪਾਉਂਦੇ ਨੇ ਉਹਨਾਂ ਦੀ ਕੋਈ ਸੁਣਦਾ ਨਹੀਂ। ਐਜੂਕੇਸ਼ਨ ਸਾਡੇ ਲੋਕਾਂ ਦੀ ਫਰੀ ਹੈ। 6 ਸਾਲ ਤੋਂ ਲੈ ਕੇ 14 ਸਾਲ ਦੀ ਉਮਰ ਦੇ ਤੱਕ ਦੇ ਬੱਚੇ ਨੂੰ ਹਰ ਇੱਕ ਨੂੰ ਲਾਜ਼ਮੀ ਦਿਵਾਉਣੀ ਚਾਹੀਦੀ ਹੈ। ਪਰ ਸਾਡੇ ਬੱਚੇ ਅੱਜ ਵੀ ਕੋਈ ਢਾਬਿਆਂ 'ਤੇ ਕੰਮ ਕਰਦਾ, ਕੋਈ ਫੈਕਟਰੀਆਂ ਵਿੱਚ ਕੰਮ ਕਰਦਾ, ਕੋਈ ਕਿਤੇ ਕੰਮ ਕਰਦਾ, ਕੋਈ ਕਿਤੇ ਕੰਮ ਕਰਦਾ। ਉਹਨਾਂ ਨੂੰ ਐਜੂਕੇਸ਼ਨ ਦੇ ਨਾਲ ਕਿਹਨਾਂ ਨੇ ਜੋੜਨਾ ਸੀ? ਸਾਡੇ ਆਗੂਆਂ ਨੇ, ਰਾਜਨੀਤਿਕ ਆਗੂਆਂ ਨੇ। ਪਰ ਇਹਨਾਂ ਨੇ ਵੀ ਸਾਨੂੰ ਗੁਲਾਮ ਬਣਾ ਕੇ ਰੱਖਿਆ। ਕਿਉਂ? ਕਿਉਂਕਿ ਜਿਵੇਂ ਦਰਖਤ ਆਖ ਰਿਹਾ ਨਾ, ਜੜ ਨੂੰ ਟੱਕ ਲਾਇਆ ਉਹ ਵੀ ਆਪਣੇ ਨੇ। ਉਹ ਸਾਡੀਆਂ ਜੜ੍ਹਾਂ ਇਹਨਾਂ ਨੇ ਵੱਡੀਆਂ ਨੇ। ਨਾ ਸਾਨੂੰ ਨੌਕਰੀਆਂ ਦਵਾਈਆਂ ਅਤੇ ਨਾ ਸਾਨੂੰ ਰੁਜ਼ਗਾਰ ਦਿਵਾਇਆ, ਨਾ ਸਾਨੂੰ ਐਜੂਕੇਸ਼ਨ ਦਵਾਈ। ਹੌਸਪੀਟਲ, ਡਿਸਪੈਂਸਰੀਆਂ ਪਿੰਡਾਂ ਦੇ ਵਿੱਚ ਹੋਣੀਆਂ ਚਾਹੀਦੀਆਂ ਸੀ ਵੀ ਸਾਡੇ ਗਰੀਬ ਲੋਕਾਂ ਦਾ ਇਲਾਜ ਹੋਵੇ, ਪਰ ਨਹੀਂ ਹੁੰਦਾ। ਗਰੀਬ ਲੋਕ ਬਿਮਾਰੀਆਂ ਦੇ ਨਾਲ ਮਰ ਰਹੇ ਨੇ। ਤੁਸੀਂ ਵੇਖ ਰਹੇ ਹੋ ਨਾ, ਜਿਹੜੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ, ਉਹ ਸੇਵਾਦਾਰ ਵੀਰ ਹਰ ਰੋਜ਼ ਕਿਵੇਂ ਉਹਨਾਂ ਦੀ ਜਾ ਕੇ ਹੈਲਪ ਕਰਦੇ ਨੇ, ਮਦਦ ਕਰਦੇ ਨੇ। ਜੇ ਸਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਵਧੀਆ ਹੌਸਪੀਟਲ, ਵਧੀਆ ਸਕੂਲ, ਵਧੀਆ ਲਾਇਬ੍ਰੇਰੀਆਂ ਹੋਣ ਤਾਂ ਅਸੀਂ ਆਪਣੇ ਡਾਕਟਰ ਪੈਦਾ ਕਰ ਸਕਦੇ ਹਾਂ, ਅਸੀਂ ਆਪਣੇ ਵਿਗਿਆਨੀ ਪੈਦਾ ਕਰ ਸਕਦੇ ਹਾਂ। ਪਰ ਇਹ ਨਹੀਂ ਹੋਣ ਦਿੱਤਾ। ਕਿਉਂ? ਕਿਉਂਕਿ ਜੜ ਨੂੰ ਟੱਕ ਲਾਇਆ ਉਹ ਵੀ ਆਪਣੇ ਨੇ। ਦਰਖਤ ਨੂੰ ਕੁਹਾੜੇ ਨੇ ਲਾ ਦਿੱਤਾ, ਉਹ ਲੱਕੜ ਦੇ ਦਸਤੇ ਨੇ ਟੱਕ ਲਾਇਆ। ਸਾਨੂੰ ਸਾਡੇ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਟੱਕ ਲਾਇਆ ਹੋਇਆ। ਪਰ ਸਾਡਾ ਸਮਾਜ ਫਿਰ ਵੀ ਨਹੀਂ ਸੁਧਰ ਰਿਹਾ, ਨਹੀਂ ਜਾਗ ਰਿਹਾ, ਨਹੀਂ ਸਮਝ ਰਿਹਾ। ਇਸ ਦਾ ਅਸਲ ਕਾਰਨ ਪਤਾ ਕੀ ਹੈ? ਕਿ ਅਸੀਂ ਅਵੇਸਲੇ ਹੋਏ ਹਾਂ। ਸਾਡੇ ਕੋਲ ਸਾਡੇ ਰਹਿਬਰਾਂ ਦਾ ਇਤਿਹਾਸ ਹੈ, ਸਾਡੇ ਰਹਿਬਰਾਂ ਦੀ ਬਾਣੀ ਹੈ, ਸਾਡੇ ਕੋਲ ਭਾਰਤੀ ਸੰਵਿਧਾਨ ਹੈ, ਸਾਡੇ ਕੋਲ ਧਾਰਮਿਕ ਤੌਰ 'ਤੇ ਅਤੇ ਰਾਜਨੀਤਿਕ ਤੌਰ 'ਤੇ ਬਹੁਤ ਵੱਡੀ ਪਾਵਰ ਹੈ। ਪਰ ਫਿਰ ਵੀ ਅਸੀਂ ਨਹੀਂ ਵਰਤ ਰਹੇ। ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਜੋ ਸਾਡੇ ਸਤਿਗੁਰਾਂ ਨੇ ਸਾਨੂੰ ਇਹ ਦੱਸਿਆ। ਅਤੇ ਇਨਸਾਨੀਅਤ ਨੂੰ ਬਚਾਉਣ ਲਈ ਭਾਰਤੀ ਸੰਵਿਧਾਨ ਬੈਠਾ, ਧਰਮ ਨੂੰ ਬਚਾਉਣ ਲਈ ਭਾਰਤੀ ਸੰਵਿਧਾਨ ਬੈਠਾ। ਉਹ ਤੁਹਾਡੇ ਹੱਕ, ਤੁਹਾਡੇ ਅਧਿਕਾਰ ਭਾਵੇਂ ਮਨੁੱਖੀ ਤੌਰ 'ਤੇ ਨੇ, ਭਾਵੇਂ ਕਾਨੂੰਨੀ ਤੌਰ 'ਤੇ ਨੇ, ਉਹ ਤੁਹਾਨੂੰ ਦੇ ਰਿਹਾ। ਪਰ ਫਿਰ ਵੀ ਅਸੀਂ ਨਹੀਂ ਲੈ ਰਹੇ, ਫਿਰ ਵੀ ਅਸੀਂ ਨਹੀਂ ਜਾਗ ਰਹੇ। ਉਹ ਸਾਨੂੰ ਇਹਨਾਂ ਨੇ ਸਤਿਗੁਰਾਂ ਦੀ ਬਾਣੀ ਬਾਰੇ ਦੱਸਣਾ ਸੀ, ਨਹੀਂ ਦੱਸਿਆ। ਸਾਨੂੰ ਭਾਰਤੀ ਸੰਵਿਧਾਨ ਦੇ ਆਰਟੀਕਲਾਂ ਬਾਰੇ ਦੱਸਣਾ ਸੀ, ਨਹੀਂ ਦੱਸਿਆ ਗਿਆ। ਸਾਨੂੰ ਭਾਰਤੀ ਸੰਵਿਧਾਨ ਦੀਆਂ ਧਾਰਾਵਾਂ ਬਾਰੇ ਦੱਸਣਾ ਸੀ ਵੀ ਸਾਡੇ ਉੱਤੇ ਕੋਈ ਤਸ਼ੱਦਦ, ਜ਼ੁਲਮ, ਅਤਿਆਚਾਰ ਨਾ ਕਰ ਸਕੇ, ਸਾਨੂੰ ਨਹੀਂ ਦੱਸਿਆ ਗਿਆ। ਕਸੂਰਵਾਰ ਕੌਣ ਹੈ ਬਈ? ਸਾਡੇ ਧਾਰਮਿਕ ਅਤੇ ਰਾਜਨੀਤਿਕ ਆਗੂ। ਸੋ ਮੈਂ ਤਾਂ ਹੁਣ ਬੇਨਤੀ ਇਹੀ ਕਰਦਾ ਵੀ ਇਹਨਾਂ ਦੀ ਆਸ ਛੱਡ ਕੇ ਸਾਨੂੰ ਖੁਦ ਹੀ ਆਗੂ ਬਣਨਾ ਚਾਹੀਦਾ ਹੈ। ਜਿਹੜਾ ਧਾਰਮਿਕ ਤੌਰ 'ਤੇ ਰੁਚੀ ਰੱਖਦਾ ਉਹਨੂੰ ਇਨਸਾਨੀਅਤ ਤੌਰ 'ਤੇ ਚੱਲਣਾ ਚਾਹੀਦਾ ਹੈ ਕਿ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ। ਲੋਕਾਂ ਨੂੰ ਉਹਨਾਂ ਦੇ ਹੱਕ, ਅਧਿਕਾਰ ਦਿਵਾਉਣੇ ਚਾਹੀਦੇ ਨੇ। ਇਸ ਪੱਖ ਤੋਂ ਸਾਨੂੰ ਸੇਵਾ ਕਰਨੀ ਚਾਹੀਦੀ ਹੈ, ਤੁਰਨਾ ਚਾਹੀਦਾ ਹੈ। ਇਹ ਜਿਹੜੀ ਸੇਵਾ ਅਸੀਂ ਆਪਣੇ ਕੰਮਾਂ ਕਾਰ ਕਰਦੇ ਹਾਂ, ਆਪਣੀਆਂ ਨੌਕਰੀਆਂ ਕਰਦੇ ਹਾਂ, ਆਪਣੀਆਂ ਡਿਊਟੀਆਂ ਕਰਦਿਆਂ ਵੀ ਕਰ ਸਕਦੇ ਹਾਂ ਜੇਕਰ ਅਸੀਂ ਇਸ ਪਾਸੇ ਤੁਰੀਏ। ਸੋ ਬੇਨਤੀ ਹੈ ਸਾਰਿਆਂ ਨੂੰ ਬਈ ਆਓ ਆਪਾਂ ਸਾਰੇ ਇਕੱਠੇ ਹੋਈਏ। ਜਿਹੜੇ ਆਪਣੇ ਸਮਾਜ ਦੇ ਨਾਲ ਸ਼ੋਸ਼ਣ ਹੋ ਰਿਹਾ, ਅਤਿਆਚਾਰ ਹੋ ਰਿਹਾ, ਉਸ ਦੀ ਬਾਂਹ ਫੜੀਏ। ਅਤੇ ਆਪਾਂ ਖੁਦ ਇਸ ਦੁਨੀਆ ਦੇ ਉੱਤੇ ਆਏ ਹਾਂ ਧਾਰਮਿਕ ਅਤੇ ਰਾਜਨੀਤਿਕ ਆਗੂ ਬਣ ਕੇ। ਆਪਾਂ ਇਸ ਦੁਨੀਆ ਨੂੰ ਨਰਕ ਦੇ ਵਿੱਚੋਂ ਕੱਢੀਏ। ਜਿਉਂਦੇ ਜੀ ਸਵਰਗ ਦਾ, ਜਿਉਂਦੇ ਜੀ ਸੱਚਖੰਡ ਦਾ ਆਨੰਦ ਮਾਣੀਏ। ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ। ਜੇਕਰ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਭੁੱਲਾਂ ਚੁੱਕਾਂ ਮਾफ़ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ।